ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ। ਬਾਬਾ ਜੀ ਨੇ ਸੰਗਤਾਂ ਨੂੰ ਪ੍ਰਭੂ ਚਰਨਾਂ ਨਾਲ ਜੋੜਨ ਵਾਸਤੇ 8 ਦਿਨ ਦਾ ਨਾਮ ਅਭਿਆਸ ਕਮਾਈ ਸਮਾਗਮ ਦੇ ਨਾਉ ਹੇਠ ਨਾਮ ਸਿਮਰਨ ਕਥਾ ਕੀਰਤਨ ਦਾ ਸਮਾਗਮ 1966 ਈਸਵੀ ਵਿੱਚ ਆਰੰਭ ਕੀਤਾ, ਜਿਸ ਵਿੱਚ ਦੂਰੋਂ ਦੁਰੇਡੇ ਤੋਂ ਪ੍ਰਭੂ ਮਿਲਾਪ ਦੀ ਤੜਫ ਵਾਲੇ ਜਗਿਆਸੂ ਉਚੇਚਾ ਸਮਾਂ ਕੱਢ ਕੇ ਸਾਰੇ ਦਿਨ ਗੁਰੂ ਚਰਨਾਂ ਨਾਲ ਸੁਰਤੀ ਜੋੜਨ ਦਾ ਯਤਨ ਕਰਦੇ ਤੇ ਸੰਗਤ ਵਿੱਚ ਨਾਮ ਦਾ ਧਨ ਇਕੱਤਰ ਕਰਦੇ, ਕਿਉਂਕਿ ਸਤਿਗੁਰ ਜੀ ਦਾ ਫਰਮਾਨ ਹੈ ਕਿ ਜੇ ਕਿਸੇ ਪ੍ਰਾਣੀ ਨੇ ਨਾਮ ਦਾ ਧਨ ਇਕੱਤਰ ਕਰਨਾ ਹੋਵੇ ਤਾਂ ਨਾਮ ਦਾ ਧਨ ਕੇਵਲ ਤੇ ਕੇਵਲ ਸਤਸੰਗ ਵਿੱਚੋਂ ਹੀ ਇਕੱਤਰ ਕੀਤਾ ਜਾ ਸਕਦਾ ਹੈ। ਹੋਰ ਥਾਂ ਕਿਸੇ ਯਤਨ ਨਾਲ ਨਾਮ ਦਾ ਧਨ ਇਕੱਤਰ ਨਹੀਂ ਕੀਤਾ ਜਾ ਸਕਦਾ। ਸੰਗਤਾਂ ਦੇ ਇਸ਼ਨਾਨ ਵਾਸਤੇ ਉਚੇਰਾ ਵੱਡੀ ਟੈਂਕੀ ਬਣਾਈ ਗਈ ਤੇ ਨਵੀਆਂ ਟੂਟੀਆਂ ਲਗਵਾਈਆਂ ਗਈਆਂ ਤਾਂ ਜੋ ਥੋੜੇ ਸਮੇਂ ਵਿੱਚ ਸਾਰੀ ਸੰਗਤ ਇਸ਼ਨਾਨ ਨਿਤਨੇਮ ਪੂਰਾ ਕਰਕੇ ਨਿਯਤ ਸਮੇਂ ਸਿਰ ਗੁਰੂ ਚਰਨਾਂ ਵਿੱਚ ਪੁੱਜ ਜਾਵੇ। ਕਈ ਵਾਰੀ ਸਮੇਂ ਵਿੱਚ ਬਿਜਲੀ ਨਾ ਹੋਣ ਕਾਰਨ ਪਾਣੀ ਦੀ ਤੋਟ ਆ ਜਾਣੀ। ਸਮਾਗਮ ਰਚਣ ਤੋਂ ਪਹਿਲਾਂ 10-5 ਪ੍ਰੇਮੀ ਸਮਾਗਮ ਸੰਬੰਧੀ ਬਾਬਾ ਜੀ ਨਾਲ ਵਿਚਾਰ ਕਰ ਰਹੇ ਸਨ। ਜਦੋਂ ਪਾਣੀ ਦੀ ਤੋਟ ਆ ਜਾਣ ਦਾ ਮਸਲਾ ਵਿਚਾਰ ਅਧੀਨ ਆਇਆ ਤਾਂ ਪਿੰਡ ਫੰਬੀਆਂ ਨਜ਼ਦੀਕ ਨੰਦਾ ਚੌਰ ਦਾ ਇੱਕ ਪ੍ਰੇਮੀ, ਜਿਸ ਦਾ ਨਾਮ ਸਰਦਾਰ ਬਚਿੱਤਰ ਸਿੰਘ ਸੀ, ਇੱਕਦਮ ਬੋਲ ਉੱਠਿਆ ਕਿ ਬਾਬਾ ਜੀ, ਪਾਣੀ ਦੀ ਤੋਟ ਆਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਜ਼ਿੰਮੇਵਾਰੀ ਮੇਰੇ ਤੇ ਰਹਿਣ ਦੇਵੋ। ਭਾਵੇਂ 8 ਦਿਨ ਬਿਜਲੀ ਬੰਦ ਰਹੇ, ਮੈਂ ਪਾਣੀ ਨਹੀਂ ਮੁੱਕਣ ਦੇਵਾਂਗਾ। ਮੇਰੇ ਹੁੰਦਿਆਂ ਪਾਣੀ ਕਿਵੇਂ ਮੁੱਕ ਸਕਦਾ ਹੈ? ਮੈਂ ਸਾਰਾ ਇੰਤਜ਼ਾਮ ਆਪੇ ਕਰ ਲਵਾਂਗਾ। ਤੁਸੀਂ ਫਿਕਰ ਨਾ ਕਰੋ, ਮੇਰੇ ਪਾਸ ਸਾਰਾ ਪ੍ਰਬੰਧ ਹੈ, ਤੁਸੀਂ ਨਿਸ਼ਚਿਤ ਰਹੋ। ਸਾਰੇ ਪ੍ਰੇਮੀ ਉਸ ਦੇ ਮੂੰਹ ਵੱਲ ਵੇਖਣ ਲੱਗੇ, ਕਿਉਂਕਿ ਉਸ ਦੇ ਵਚਨਾਂ ਵਿੱਚ ਅਹੰਕਾਰ ਦੀ ਬਦਬੂ ਆ ਰਹੀ ਸੀ। ਬਾਬਾ ਜੀ ਨੇ ਸਤਵਚਨ ਕਿਹਾ ਤੇ ਬਚਿੱਤਰ ਸਿੰਘ ਨੂੰ ਕਹਿ ਦਿੱਤਾ ਕਿ ਚੰਗਾ ਭਾਈ, ਪਾਣੀ ਦੀ ਜ਼ਿੰਮੇਵਾਰੀ ਹੁਣ ਤੇਰੀ ਹੈ। ਉਸ ਨੇ ਮੁੜ ਦੁਹਰਾਇਆ, ਬਾਬਾ ਜੀ ਚਿੰਤਾ ਨਾ ਕਰੋ, ਮੈਂ ਆਪੇ ਸਾਰਾ ਇੰਤਜ਼ਾਮ ਕਰ ਲਵਾਂਗਾ। ਸਰਦਾਰ ਬਚਿੱਤਰ ਸਿੰਘ ਨੇ ਇੱਕ ਨਵਾਂ ਡੀਜ਼ਲ ਇੰਜਣ ਬਣਵਾਇਆ ਹੋਇਆ ਸੀ। ਸਮਾਗਮ ਆਰੰਭ ਹੋਣ ਤੋਂ 3 ਦਿਨ ਪਹਿਲਾਂ ਉਸਨੇ ਇੰਜਣ ਪੁਲੀ ਪਟਾ ਲੈ ਆਂਦਾ ਤੇ ਨਵਾਂ ਕਲਸੀ ਦਾ ਪੰਪ ਰੱਖ ਕੇ ਇੰਜਣ ਚਲਾ ਕੇ ਟੈਂਕੀ ਭਰ ਕੇ ਪੂਰੀ ਤਸੱਲੀ ਕਰ ਲਈ ਤੇ ਬਾਬਾ ਜੀ ਨੂੰ ਦੱਸ ਦਿੱਤਾ ਕਿ ਮੈਂ ਆਪਣੀ ਤਸੱਲੀ ਕਰ ਲਈ ਹੈ, ਤੁਸੀਂ ਕੋਈ ਚਿੰਤਾ ਨਾ ਕਰਿਓ। ਬਾਬਾ ਜੀ ਨੇ ਵਚਨ ਕੀਤਾ, ਸਾਡੀ ਤਾਂ ਸੰਗਤ ਦੀ ਚਿੰਤਾ ਤਾਂ ਗੁਰੂ ਮਹਾਰਾਜ ਆਪ ਕਰਦੇ ਹਨ, ਅਸੀਂ ਤਾਂ ਉਸ ਮਾਲਕ ਦੇ ਆਸਰੇ ਹਾਂ। ਤੁਸੀਂ ਬਹੁਤ ਚੰਗਾ ਕੀਤਾ ਜੋ ਇੰਜਣ ਚਲਾ ਕੇ ਆਪਣੀ ਤਸੱਲੀ ਕਰ ਲਈ ਹੈ। ਆਪਣੀ ਤਸੱਲੀ ਕਰਕੇ ਬਚਿੱਤਰ ਸਿੰਘ ਪਿੰਡ ਚਲਾ ਗਿਆ। ਸਮਾਗਮ ਆਰੰਭ ਹੋਣ ਤੋਂ 1 ਦਿਨ ਪਹਿਲਾਂ ਬਚਿੱਤਰ ਸਿੰਘ ਵੀ ਆ ਗਿਆ ਤੇ ਉਸਨੇ ਟਿਊਬਵੈੱਲ ਵਾਲੇ ਕਮਰੇ ਵਿੱਚ ਹੀ ਆਪਣਾ ਬਿਸਤਰ ਲਾ ਲਿਆ। 2-3 ਦਿਨ ਬੀਤ ਗਏ, ਬਿਜਲੀ ਠੀਕ ਠਾਕ ਚੱਲਦੀ ਰਹੀ ਤੇ ਪਾਣੀ ਦਾ ਟੋਟਾ ਨਾ ਆਇਆ। ਬਚਿੱਤਰ ਸਿੰਘ ਦੇ ਮਨ ਵਿੱਚ ਮੁੜ-ਮੁੜ ਖਿਆਲ ਆਵੇ ਕਿ ਅੱਧਾ ਸਮਾਗਮ ਬੀਤ ਚੱਲਾ ਹੈ, ਅਜੇ ਤੱਕ ਬਿਜਲੀ ਨਾਲ ਹੀ ਕੰਮ ਸਰੀ ਜਾਂਦਾ ਹੈ, ਕਿਤੇ ਬਿਨਾਂ ਚਲਾਇਆ ਹੀ ਇੰਜਣ ਵਾਪਸ ਨਾ ਲਿਜਾਣਾ ਪਵੇ। ਪਰਮੇਸ਼ਵਰ ਦੀ ਨੀਤ ਦੁਪਹਿਰ ਨੂੰ ਉਸ ਦੇ ਮਨ ਵਿੱਚ ਉਹ ਫੁਰਨਾ ਬਣਿਆ। ਸ਼ਾਮ ਨੂੰ ਥੋੜੀ ਹਨੇਰੀ ਆਈ, ਬਿਜਲੀ ਬੰਦ ਹੋ ਗਈ। 2 ਕੁ ਘੰਟੇ ਬਿਜਲੀ ਦੀ ਉਡੀਕ ਕੀਤੀ, ਪਰ ਬਿਜਲੀ ਦਾ ਖੰਭਾ ਡਿੱਗ ਪਿਆ ਸੀ, ਜਿਸ ਕਾਰਨ ਬਿਜਲੀ ਨੇ ਛੇਤੀ ਆਉਣ ਦੀ ਕੋਈ ਆਸ ਨਹੀਂ ਸੀ। ਬਚਿੱਤਰ ਸਿੰਘ ਬਾਬਾ ਜੀ ਪਾਸ ਗਿਆ ਤੇ ਕਹਿਣ ਲੱਗਾ, ਬਾਬਾ ਜੀ, ਬਿਜਲੀ ਨਹੀਂ ਆਉਣੀ, ਮੈਂ ਹੁਣ ਆਪਣਾ ਇੰਜਣ ਚਲਾਉਣ ਲੱਗਾ ਹਾਂ।
ਆਪ ਨੇ ਕਿਹਾ ਕਿ ਤੁਹਾਡੀ ਬਹੁਤ ਮਿਹਰਬਾਨੀ ਹੈ। ਸੰਗਤ ਨੂੰ ਪਾਣੀ ਦੇ ਬਰਤਨ ਦੀ ਸੌਖ ਹੋ ਜਾਵੇਗੀ। ਬਚਿੱਤਰ ਸਿੰਘ ਆਪਣੇ ਨਾਲ 3-4 ਹੋਰ ਸਰੀਰ ਜਿਵੇਂ ਕਿ ਮਾਸਟਰ ਹਰਭਜਨ ਸਿੰਘ ਦਸੂਏ ਵਾਲੇ, ਮਾਸਟਰ ਅਮਰਜੀਤ ਸਿੰਘ ਜੀ ਬਹਿਰਾਮ ਤੋਂ ਤੇ 2 ਪ੍ਰੇਮੀ ਹੋਰ ਨਾਲ ਲਏ ਤੇ ਇੰਜਣ ਚਾਲੂ ਕਰ ਦਿੱਤਾ। ਪਰ ਪੱਖੇ ਨੇ ਪਾਣੀ ਨਾ ਚੁੱਕਿਆ। ਇੰਜਣ ਦੀ ਰਫ਼ਤਾਰ ਵੀ ਵਧਾ ਕੇ ਦੇਖੀ। ਇੱਕ ਹੋਰ ਵੱਡੀ ਪੁਲੀ ਸੀ, ਉਸ ਨਾਲ ਪੱਖੇ ਦੇ ਗੇੜੇ ਵੀ ਵਧਾਏ ਪਰ ਸਫਲਤਾ ਨਾ ਮਿਲੀ। ਫਿਰ ਸਾਰਿਆਂ ਨੇ ਸੋਚਿਆ ਕਿ ਸ਼ਾਇਦ ਪੱਖੇ ਵਿੱਚ ਕੋਈ ਨੁਕਸ ਹੋਵੇਗਾ। ਗੋਂਦਪੁਰ ਤੋਂ ਖੂਹ ਵਾਲੇ ਸਰਦਾਰ ਮਨੀ ਸਿੰਘ ਪਾਸੋਂ ਕਲਸੀ ਨਵਾਂ ਪੱਖਾ ਜੋ ਉਸਨੇ ਆਪਣੇ ਬੋਰ ਲਈ ਲਿਆਂਦਾ ਸੀ, ਰਾਤ 10 ਵਜੇ ਜਾ ਕੇ ਲਿਆਂਦਾ। ਪੱਖਾ ਬਦਲ ਕੇ ਵੀ ਸਾਰਾ ਯਤਨ ਕੀਤਾ ਪਰ ਇਸ ਪੱਖੇ ਨੇ ਵੀ ਪਾਣੀ ਨਾ ਚੱਕਿਆ। ਦਿਮਾਗੀ ਸੋਚ ਅੰਦਰ ਜੋ ਕੁਝ ਵੀ ਆ ਸਕਦਾ ਸੀ ਕਰ ਕਰਕੇ ਵੇਖਿਆ ਪਰ ਅਸਫਲਤਾ ਹੀ ਪੱਲੇ ਪਈ। ਰਾਤ 12 ਵਜੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਸੀ। ਪ੍ਰੇਮੀ ਸੰਗਤਾਂ ਉੱਠ ਕੇ ਇਸ਼ਨਾਨ ਕਰਨ ਲੱਗ ਪਈਆਂ ਸਨ। ਪਾਣੀ ਮੁੱਕਣ ਦੇ ਨੇੜੇ ਆ ਚੁੱਕਾ ਸੀ। ਸਾਰਿਆਂ ਦੇ ਮਨ ਵਿੱਚ ਬਹੁਤ ਫਿਕਰ ਹੋਇਆ ਕਿ ਅਜੇ ਬਹੁਤ ਸੰਗਤ ਇਸ਼ਨਾਨ ਕਰਨ ਵਾਲੀ ਬਾਕੀ ਹੈ। ਪਾਣੀ ਦਾ ਹੋਰ ਕੋਈ ਇੰਤਜ਼ਾਮ ਨਹੀਂ ਹੈ। ਸਾਰੇ ਸੋਚੀ ਪੈ ਗਏ ਕਿ ਕਿਵੇਂ ਹੋਵੇਗਾ, ਸਾਡੀ ਸਮਝ ਤੋਂ ਪਰੇ ਦੀ ਗੱਲ ਹੈ। ਮਾਸਟਰ ਹਰਭਜਨ ਸਿੰਘ ਹੋਰਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਸੋਝੀ ਦਿੱਤੀ। ਉਹ ਕਹਿਣ ਲੱਗੇ ਕਿ ਆਪਾਂ ਸਾਰੇ ਯਤਨ ਕਰਕੇ ਵੇਖ ਲਏ ਹਨ, ਪੁਲੀ ਵੀ ਬਦਲ ਲਈ, ਪੱਖਾ ਵੀ ਨਵਾਂ ਲਾ ਕੇ ਵੇਖਿਆ, ਹੋਰ ਵੀ ਜੋ ਕੁਝ ਤਕਨੀਕੀ ਨੁਕਸ ਹੋ ਸਕਦਾ ਸੀ ਉਹ ਵੀ ਚੈੱਕ ਕੀਤਾ ਹੈ ਪਰ ਸਫਲਤਾ ਨਹੀਂ ਮਿਲੀ। ਇਹ ਕੋਈ ਹੋਰ ਰਾਜ ਹੈ। ਆਪਾਂ ਸਾਰੇ ਬਾਬਾ ਜੀ ਪਾਸ ਚੱਲੀਏ, ਉਹਨਾਂ ਨੂੰ ਬੇਨਤੀ ਕਰੀਏ। ਇਹ ਸਲਾਹ ਕਰਕੇ ਸਾਰੇ ਸਿੰਘ ਬਾਬਾ ਜੀ ਪਾਸ ਪੁੱਜ ਗਏ। ਆਪ ਜੀ ਇਸ਼ਨਾਨ ਕਰਕੇ ਸੰਗਤ ਨਾਲ ਨਿਤਨੇਮ ਕਰ ਰਹੇ ਸਨ ਕਿ ਸਿੰਘਾਂ ਨੇ ਮਾਸਟਰ ਹਰਭਜਨ ਸਿੰਘ ਰਾਹੀਂ ਬਾਬਾ ਜੀ ਪਾਸ ਬੇਨਤੀ ਕੀਤੀ। ਮਾਸਟਰ ਜੀ ਨੇ ਆਪਣੇ ਦੁਨਿਆਵੀ ਜੋ ਯਤਨ ਕੀਤੇ ਸਨ ਸਾਰੇ ਦੱਸੇ ਅਤੇ ਨਾਲ ਹੀ ਬੇਨਤੀ ਕੀਤੀ ਕਿ ਪਾਣੀ ਮੁੱਕ ਗਿਆ ਹੈ, ਕੇਵਲ ਨਾ ਮਾਤਰ ਹੀ ਰਹਿ ਗਿਆ ਹੈ। ਅੱਧੀ ਤੋਂ ਵੀ ਜ਼ਿਆਦਾ ਸੰਗਤ ਹਜੇ ਇਸ਼ਨਾਨ ਕਰਨ ਵਾਸਤੇ ਰਹਿੰਦੀ ਹੈ। ਅਸੀਂ 3-4 ਘੰਟੇ ਆਪਣਾ ਯਤਨ ਕਰਕੇ ਵੇਖ ਲਿਆ ਹੈ ਪਰ ਪੱਖਾ ਪਾਣੀ ਨਹੀਂ ਚੁੱਕਦਾ। ਸਾਡੀ ਬੁੱਧੀ ਦੀ ਸੋਚ ਤੋਂ ਪਰੇ ਦੀ ਗੱਲ ਹੈ। ਆਪ ਜੀ ਨੇ ਕਿਰਪਾ ਕਰੋ, ਅਗਵਾਈ ਬਖਸ਼ੋ। ਬਾਬਾ ਜੀ ਮਾਸਟਰ ਜੀ ਹੋਰਾਂ ਦੀ ਸਾਰੀ ਗੱਲ ਸੁਣ ਕੇ ਕਹਿਣ ਲੱਗੇ, ਬਚਿੱਤਰ ਸਿੰਘ ਕਿੱਥੇ ਹੈ? ਮਾਸਟਰ ਜੀ ਨੇ ਕਿਹਾ ਕਿ ਆ ਸਾਡੇ ਪਿੱਛੇ ਹੀ ਖੜੇ ਹਨ। ਬਾਬਾ ਜੀ ਬਚਿੱਤਰ ਸਿੰਘ ਨੂੰ ਸੰਬੋਧਨ ਕਰਕੇ ਕਹਿਣ ਲੱਗੇ, ਕਿਉਂ ਭਾਈ ਜੀ, ਤੁਸੀਂ ਤਾਂ ਦਾਅਵੇ ਬੰਨ੍ਹਦੇ ਸੀ ਕਿ ਭਾਵੇਂ 8 ਦਿਨ ਹੀ ਬਿਜਲੀ ਬੰਦ ਰਹੇ, ਪਾਣੀ ਦੀ ਤੋਟ ਨਹੀਂ ਆਉਣ ਦੇਵਾਂਗੇ। ਤੇਰੇ ਇੰਜਣ ਨੇ ਤਾਂ ਪਾਣੀ ਹੀ ਨਹੀਂ ਚੱਕਿਆ, ਅਜੇ ਤਾਂ ਕੁਝ ਘੰਟੇ ਹੀ ਬਿਜਲੀ ਗਈ ਹੈ। ਤੁਸੀਂ ਤਾਂ 8 ਦਿਨਾਂ ਦਾ ਦਾਅਵਾ ਬੰਨ੍ਹਦੇ ਸੀ। ਗੁਰੂ ਮਹਾਰਾਜ ਜੀ ਨੇ ਤਾਂ ਤੇਰਾ ਮਾਣ ਹੀ ਤੋੜਿਆ ਹੈ, ਕਿਉਂਕਿ ਗੁਰਸਿੱਖੀ ਬਹੁਤ ਸੂਖਮ ਹੈ ਤੇ ਖੰਡੇ ਦੀ ਤਾਰ ਨਾਲੋਂ ਵੀ ਬਰੀਕ ਹੈ। ਮੱਛਰ ਅਤੇ ਕੀੜੀ ਜਿੰਨੀ ਹਉਮੈ ਵੀ ਗੁਰਸਿੱਖ ਦੇ ਹਿਰਦੇ ਵਿੱਚ ਟਿਕੀ ਗੁਰੂ ਨੂੰ ਨਹੀਂ ਪਾਉਂਦੀ। ਗੁਰਸਿੱਖ ਦੇ ਜਦੋਂ ਦਾਵਾ ਬੰਨਿਆ, ਸਮਝੋ ਹੰਕਾਰ ਨੇ ਕਾਬੂ ਆ ਗਿਆ। ਆਪ ਨੇ ਬੇਨਤੀ ਕਰਨ ਵਾਲੇ ਸਿੱਖਾਂ ਨੂੰ ਵੀ ਕੋਲ ਬਿਠਾ ਲਿਆ ਤੇ ਸਾਰੀ ਸੰਗਤ ਪਾਸੋਂ ਇੱਕ ਬੇਨਤੀ ਚੌਪਈ ਦਾ ਪਾਠ ਕਰਵਾ ਕੇ ਅਰਦਾਸ ਕੀਤੀ ਕਿ ਸਤਿਗੁਰ ਜੀ, ਅਸੀਂ ਸੰਸਾਰੀ ਜੀਵ ਹਾਂ, ਖਿੰਨ ਖਿੰਨ ਭੁੱਲਣਹਾਰ ਹਾਂ। ਆਪ ਜੀ ਦਾ ਵਿਰਦ ਬਖਸ਼ਿਸ਼ ਹੈ। ਹੇ ਦਾਤਾ, ਸੰਗਤ ਦੀ ਬੇਨਤੀ ਪ੍ਰਵਾਨ ਕਰੋ ਤੇ ਸੰਗਤਾਂ ਦੀ ਜਲ ਦੀ ਲੋੜ ਪੂਰੀ ਕਰੋ। ਅਰਦਾਸ ਕਰਨ ਉਪਰੰਤ ਮਾਸਟਰ ਹਰਭਜਨ ਸਿੰਘ ਹੋਰਾਂ ਨੇ ਜ਼ਿੰਮੇ ਲਾਇਆ ਕਿ ਹੁਣ ਤੁਸੀਂ ਸਾਰਿਆਂ ਨੇ ਜਾ ਕੇ 5 ਵਾਰੀ ਮੂਲ ਮੰਤਰ ਦਾ ਪਾਠ ਕਰਨਾ ਹੈ ਤੇ ਉਸ ਤੋਂ ਬਾਅਦ 5 ਵਾਰੀ ਪੌੜੀ ਦਾ ਪਾਠ ਕਰਨਾ ਹੈ। ਤਾਂ ਪਾਠ ਕਰਕੇ ਗੁਰੂ ਮਹਾਰਾਜ ਜੀ ਦੇ ਆਸਰੇ ਹੋ ਕੇ ਇੰਜਣ ਚਲਾਉਣਾ ਹੈ। ਸਤਿਗੁਰੂ ਜੀ ਨੇ ਮਿਹਰ ਕਰਨਗੇ। ਆਪ ਫਿਰ ਨਿਤਨੇਮ ਵਿੱਚ ਜੁੜ ਗਏ।
ਬੇਨਤੀ ਕਰਨ ਆਏ ਸਿੰਘ ਬਾਬਾ ਜੀ ਦੇ ਬਚਨ ਸੁਣ ਕੇ ਟਿਊਬਵੈੱਲ ਪਾਸ ਚਲੇ ਗਏ ਤੇ ਪ੍ਰੇਮ ਨਾਲ ਆਪ ਜੀ ਦੇ ਦੱਸੇ ਮੁਤਾਬਿਕ ਪਾਠ ਕਰਕੇ ਇੰਜਣ ਚਾਲੂ ਕੀਤਾ। ਇੰਜਣ ਚਾਲੂ ਹੁੰਦਿਆਂ ਹੀ ਪੱਖੇ ਨੇ ਪਾਣੀ ਚੁੱਕ ਲਿਆ। ਬਚਿੱਤਰ ਸਿੰਘ ਕਦੇ ਟੈਂਕੀ ਉੱਪਰ ਚੜ੍ਹ ਕੇ ਵੇਖੇ, ਕਦੀ ਇੰਜਣ ਵੱਲ ਆ ਕੇ ਵੇਖੇ ਕਿ ਕਿਤੇ ਪੱਖਾ ਪਾਣੀ ਫਿਰ ਨਾ ਛੱਡ ਜਾਵੇ। ਪੱਖਾ ਜਾਂ ਇੰਜਣ ਵਿੱਚ ਤਾਂ ਕੋਈ ਨੁਕਸ ਨਹੀਂ ਸੀ, ਨੁਕਸ ਤਾਂ ਦਾਅਵੇ ਤੇ ਹੰਕਾਰ ਦਾ ਸੀ ਜੋ ਗੁਰੂ ਜੀ ਨੇ ਗੁਰਸਿੱਖਾਂ ਅੰਦਰੋਂ ਕੱਢਣਾ ਸੀ। ਉਸ ਨੂੰ ਕੱਢਣ ਵਾਸਤੇ ਸਤਿਗੁਰੂ ਜੀ ਨੇ ਇਹ ਖੇਡ ਵਰਤਾਈ ਸੀ, ਕਿਉਂਕਿ ਸੰਗਤ ਵਿੱਚ ਆ ਕੇ ਤਾਂ ਗੁਰਸਿੱਖ ਨੇ ਹਉਮੈ ਦਾ ਤਿਆਗ ਕਰਨਾ ਹੈ। ਜੇ ਇਹ ਸੇਵਾ ਭਾਵਨੀ ਨਾਲ ਆਏ ਗੁਰਸਿੱਖ ਹਉਮੈ ਨਾਲ ਭਰੇ ਇੱਥੋਂ ਚਲੇ ਗਏ, ਫਿਰ ਉਹਨਾਂ ਨੂੰ ਬਹੁਤ ਲਾਭ ਨਹੀਂ ਹੋਵੇਗਾ। 2-3 ਘੰਟੇ ਲਗਾਤਾਰ ਇੰਜਣ ਚੱਲਦਾ ਰਿਹਾ। ਸੰਗਤਾਂ ਨੇ ਖੁੱਲ੍ਹਾ ਇਸ਼ਨਾਨ ਕੀਤਾ ਤੇ ਬਰਤਨ ਲਈ ਟੈਂਕੀ ਵਿੱਚ ਪਾਣੀ ਵੀ ਪੂਰਾ ਭਰ ਗਿਆ। ਦੁਪਹਿਰ ਦੇ ਦੀਵਾਨ ਉਪਰੰਤ ਬਹਿਰਾਮ ਵਾਲਾ ਭਾਈ ਅਮਰਜੀਤ ਸਿੰਘ ਤੇ ਬਚਿੱਤਰ ਸਿੰਘ ਬਾਬਾ ਜੀ ਨੂੰ ਮਿਲੇ। ਬਾਬਾ ਜੀ ਨੇ ਪਾਣੀ ਪਰਥਾਏ ਪੁੱਛਿਆ ਕਿ ਕਾਰਜ ਹੋ ਗਿਆ ਸੀ। ਅੱਗੋਂ ਅਮਰਜੀਤ ਨੇ ਉੱਤਰ ਦਿੱਤਾ, ਬਾਬਾ ਜੀ ਨੁਕਸ ਤੇ ਕੋਈ ਨਹੀਂ ਸੀ, ਅਸੀਂ ਤਾਂ ਐਵੇਂ ਸਾਰੀ ਰਾਤ ਘੁਲਦੇ ਰਹੇ, ਮਾਮੂਲੀ ਜਿਹੀ ਜੈਨ ਡੋਰੀ ਢਿੱਲੀ ਸੀ। ਬਾਬਾ ਜੀ ਨੇ ਸੁਭਾਵਿਕ ਉੱਤਰ ਦਿੱਤਾ, ਅਮਰਜੀਤ ਸਿੰਘ ਮਸ਼ੀਨਰੀ ਵਿੱਚ ਤਾਂ ਕੋਈ ਨੁਕਸ ਨਹੀਂ ਸੀ ਤੇ ਨਾ ਹੈ, ਨੁਕਸ ਤਾਂ ਸਾਡੇ ਵਿੱਚ ਹੀ ਪਿਆ ਸੀ, ਜਿਸ ਨੂੰ ਠੀਕ ਕਰਨ ਲਈ ਸਤਿਗੁਰੂ ਜੀ ਨੇ ਇਹ ਖੇਡ ਰਚੀ ਸੀ। ਇੰਨੇ ਵਚਨ ਕਹਿ ਕੇ ਆਪ ਜੀ ਆਪਣੀ ਕੁਟੀਆ ਵਿੱਚ ਚਲੇ ਗਏ। ਅਮਰਜੀਤ ਸਿੰਘ ਤੇ ਬਚਿੱਤਰ ਸਿੰਘ ਨੇ ਸੰਗਤਾਂ ਲਈ ਦੁਪਹਿਰ ਦੇ ਇਸ਼ਨਾਨ ਵਾਸਤੇ ਮੁੜ ਆ ਕੇ ਇੰਜਣ ਚਲਾਇਆ। ਫਿਰ ਉਹ ਰਾਤ ਵਾਲਾ ਹੀ ਚੱਕਰ, ਪੱਖਾ ਪਾਣੀ ਨਾ ਚੁੱਕੇ। ਉਧਰੋਂ ਥੋੜੇ ਸਮੇਂ ਬਾਅਦ ਮਾਸਟਰ ਹਰਭਜਨ ਸਿੰਘ ਹੁਰੀ ਉਹਨਾਂ ਪਾਸ ਆ ਗਏ ਤੇ ਕਹਿਣ ਲੱਗੇ, ਬਚਿੱਤਰ ਸਿੰਘ ਟੈਂਕੀ 'ਚੋਂ ਪਾਣੀ ਮੁੱਕਣ ਵਾਲਾ ਹੈ, ਤੁਸੀਂ ਇੰਜਣ ਕਿਉਂ ਨਹੀਂ ਚਲਾਉਂਦੇ? ਬਿਜਲੀ ਦਾ ਅਜੇ ਕੋਈ ਪਤਾ ਨਹੀਂ ਕਦੋਂ ਤੇ ਕਿੰਨੇ ਚਿਰ ਬਾਅਦ ਆਉਣੀ ਹੈ। ਅਮਰਜੀਤ ਸਿੰਘ ਕਹਿਣ ਲੱਗੇ, ਮਾਸਟਰ ਜੀ ਬੈਠ ਜਾਵੋ। ਮਾਸਟਰ ਹੁਣੀ ਬੈਠ ਗਏ ਤੇ ਕਹਿਣ ਲੱਗੇ, ਤੁਸੀਂ ਦੋਨੋਂ ਬੜੇ ਸੁਸਤ ਜਿਹੇ ਚਿੰਤਾ ਵਿੱਚ ਗ੍ਰਸੇ ਹੋਏ ਹੋ, ਕੀ ਕਾਰਨ ਹੈ? ਬਚਿੱਤਰ ਸਿੰਘ ਕਹਿਣ ਲੱਗਾ, ਕਾਰਨ ਕਾਹਦਾ? ਕਾਰਨ ਤਾਂ ਰਾਤ ਵਾਲਾ ਹੀ ਫਿਰ ਹੋ ਗਿਆ ਹੈ ਜਪਦਾ। ਅਸੀਂ 2-3 ਵਾਰੀ ਇੰਜਣ ਚਲਾ ਕੇ ਹਾਰ ਕੇ ਬੈਠ ਗਏ ਹਾਂ, ਪੱਖਾ ਪਾਣੀ ਨਹੀਂ ਚੁੱਕਦਾ, ਇੰਜਣ ਦੇ ਗੇੜੇ ਵੀ ਠੀਕ ਹਨ। ਮਾਸਟਰ ਹੁਣਾਂ ਨੇ ਪੁੱਛਿਆ, ਤੁਸੀਂ ਬਾਬਾ ਜੀ ਨੂੰ ਇਸ ਵਰਤਾਹੇ ਦੱਸਿਆ ਕਿ ਨਹੀਂ? ਸਰਦਾਰ ਅਮਰਜੀਤ ਸਿੰਘ ਨੇ ਝੱਟ ਕਿਹਾ ਕਿ ਹੁਣ ਤਾਂ ਉਹ ਆਰਾਮ ਕਰਦੇ ਹਨ। ਦੁਪਹਿਰੋਂ ਪਹਿਲੋਂ ਉਹਨਾਂ ਨੇ ਪੁੱਛਿਆ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਨੁਕਸ ਤਾਂ ਮਾਮੂਲੀ ਜਿਹਾ ਸੀ, ਜਿਸ ਕਾਰਨ ਸਾਰੀ ਰਾਤ ਝੱਖ ਮਾਰਦੇ ਰਹੇ। ਮਾਸਟਰ ਹੁਣੀ ਪੁੱਛਿਆ, ਅੱਗੋਂ ਬਾਬਾ ਜੀ ਨੇ ਕੀ ਕਿਹਾ ਸੀ? ਸਰਦਾਰ ਅਮਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਸੁਭਾਵਿਕ ਅੱਗੋਂ ਉੱਤਰ ਦਿੱਤਾ ਕਿ ਮਸ਼ੀਨਰੀ ਵਿੱਚ ਤਾਂ ਕੋਈ ਨੁਕਸ ਨਹੀਂ ਸੀ, ਨੁਕਸ ਤਾਂ ਸਾਡੇ ਵਿੱਚ ਹੀ ਪਿਆ ਸੀ। ਮਾਸਟਰ ਹੁਣੀ ਕਿਹਾ, ਭਾਈ ਅਮਰਜੀਤ ਸਿੰਘ, ਬਾਬਾ ਜੀ ਨੇ ਆਪਣੀ ਬੋਲੀ ਵਿੱਚ ਤਾਂ ਤੁਹਾਨੂੰ ਸਭ ਕੁਝ ਸਪਸ਼ਟ ਦਿੱਤਾ ਹੈ, ਉਹਨਾਂ ਨੇ ਤਾਂ ਕੋਈ ਲੁਕਾਈ ਨਹੀਂ ਰੱਖੀ। ਅਸੀਂ ਫਿਰ ਆਪਣੇ ਮਨ ਦੀਆਂ ਚਤੁਰਾਈਆਂ ਪਿੱਛੇ ਤੁਰ ਪਏ ਹਾਂ। ਉਹਨਾਂ ਤਾਂ ਰਾਤ ਹੀ ਦੱਸ ਦਿੱਤਾ ਸੀ ਕਿ ਅਸੀਂ ਉਹਨਾਂ ਦੇ ਇਸ਼ਾਰੇ ਨੂੰ ਨਹੀਂ ਸਮਝ ਸਕੇ ਤੇ ਹੰਕਾਰ ਅਧੀਨ ਮਨ ਵਿੱਚ ਫਿਰ ਉਹੀ ਸੋਚ ਕਿ ਪੱਖੇ ਵਿੱਚ ਥੋੜਾ ਨੁਕਸ ਸੀ ਦੀ ਚਤੁਰਾਈ ਵਰਤ ਰਹੇ ਹਾਂ। ਆਪਣੇ ਅੰਦਰ ਆਪਣੀ ਚਤੁਰਾਈ ਸਿਆਣਪ ਨੂੰ ਤਿਆਗਣ ਦੀ ਲੋੜ ਹੈ। ਤੁਸੀਂ ਹੁਣ ਮੇਰਾ ਖਿਆਲ ਹੈ ਜੈਨ ਡੋਰੀ ਵੀ ਕੱਸ ਕੇ ਦੇਖ ਹੀ ਲਈ ਹੋਵੇਗੀ, ਤਾਂ 2 ਵਾਰੀ ਕੱਸੀ ਹੈ। ਅਮਰਜੀਤ ਸਿੰਘ ਨੇ ਉੱਤਰ ਦਿੱਤਾ। ਮਾਸਟਰ ਹੁਣੀ ਕਿਹਾ, ਜਦ ਆਪਣੇ ਮਨ ਦੀ ਹੀ ਜੈਨ ਡੋਰੀ ਢਿੱਲੀ ਹੈ, ਉਸ ਨੂੰ ਵੀ ਮਨ ਵਿੱਚ ਹੀ ਕੱਸ ਲੈਣਾ ਸੀ। ਮਨ ਵਿੱਚ ਹਉਮੈ ਪਰਵੇਸ਼ ਕਰੀ ਜਾਂਦੀ ਹੈ, ਉਹ ਕੰਮ ਨਹੀਂ ਬਣਨ ਦਿੰਦੀ। ਜਿੰਨਾ ਚਿਰ ਮਨ ਦੀ ਜੈਨ ਡੋਰੀ ਨਹੀਂ ਕੱਸੋਗੇ, ਉਨੀ ਦੇਰ ਗੱਲ ਨਹੀਂ ਬਣਨੀ। ਬਚਿੱਤਰ ਸਿੰਘ ਨੇ ਕਿਹਾ, ਦੱਸੋ ਮਾਸਟਰ ਜੀ ਕੀ ਕਰੀਏ? ਕਰਨਾ ਕੀ ਹੈ? ਗੁਰੂ ਮਹਾਰਾਜ ਜੀ ਅੱਗੇ ਚਤੁਰਾਈਆਂ ਨਹੀਂ ਚੱਲਦੀਆਂ, ਸਿਆਣਪਾਂ ਨਹੀਂ ਚੱਲਦੀਆਂ। ਗੁਰੂ ਮਹਾਰਾਜ ਅੱਗੇ ਸਾਰੀਆਂ ਮਨ ਦੀਆਂ ਚਤੁਰਾਈਆਂ ਸਿਆਣਪਾਂ ਛੱਡ ਕੇ ਗੁਰੂ ਦੀ ਓਟ ਆਸਰਾ ਲੈਣ ਦੀ ਲੋੜ ਹੈ।
ਦੋਹਾਂ ਨੇ ਮਾਸਟਰ ਹੁਣਾਂ ਦੀ ਸਲਾਹ ਮੰਨ ਲਈ ਤੇ ਸਲਾਹ ਕਰਕੇ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਤੇ ਮੁੜ ਗੁਰੂ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਸੋਧਿਆ ਤੇ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ ਮਿਹਰ ਕਰੋ। ਇੰਜਣ ਚਲਾਇਆ। ਰਾਤ ਦੀ ਤਰ੍ਹਾਂ ਫਿਰ ਪੱਖੇ ਨੇ ਪਾਣੀ ਚੁੱਕ ਲਿਆ ਤੇ ਟੈਂਕੀ ਭਰਨੀ ਸ਼ੁਰੂ ਹੋ ਗਈ। ਉਧਰ ਟੈਂਕੀ ਭਰਦੀ ਰਹੀ, ਇੱਧਰ ਤਿੰਨੇ ਬੈਠੇ ਗੁਰਬਾਣੀ ਦੇ ਵਿਚਾਰ ਕਰਦੇ ਰਹੇ। ਸਰਦਾਰ ਬਲਜਿੱਤਰ ਸਿੰਘ ਨੇ, ਸਰਦਾਰ ਅਮਰਜੀਤ ਸਿੰਘ ਨੇ ਹੁਣ ਪੂਰੀ ਤਰ੍ਹਾਂ ਮਹਿਸੂਸ ਕਰ ਲਿਆ ਸੀ ਕਿ ਸਾਰੀ ਰੁਕਾਵਟ ਸਾਡੀ ਹਉਮੈ ਦੀ ਸੀ। ਜੇ ਸੇਵਾ ਹਿੱਤ ਕਰਕੇ ਬਾਲੇ ਕੰਮ ਨੂੰ ਹਉਮੈ ਇੰਨੀ ਵੱਡੀ ਰੁਕਾਵਟ ਖੜੀ ਕਰ ਸਕਦੀ ਹੈ, ਫਿਰ ਤਾਂ ਪਰਮੇਸ਼ਵਰ ਦੇ ਮਿਲਾਪ ਲਈ ਇਹ ਹਉਮੈ ਬਹੁਤ ਤਕੜੀ ਦੀਵਾਰ ਖੜੀ ਕਰ ਸਕਦੀ ਹੈ, ਖਲੋ ਸਕਦੀ ਹੈ। ਮਾਸਟਰ ਹੁਣਾਂ ਉਹਨਾਂ ਨੂੰ ਬੇਨਤੀ ਕੀਤੀ ਕਿ ਮੈਨੂੰ ਸੋਝੀ ਤਾਂ ਨਹੀਂ ਹੈ, ਪਰ ਗੁਰਬਾਣੀ ਸਾਨੂੰ ਬਹੁਤ ਕੁਝ ਕਹਿੰਦੀ ਹੈ, ਸਾਡੀ ਹਉਮੈ ਨੂੰ ਦੂਰ ਕਰਦੀ ਹੈ। ਹਉਮੈ ਨੂੰ ਸਤਿਗੁਰ ਨੇ ਤ੍ਰਿਖਣ ਰੋਗ ਵੀ ਲਿਖਿਆ ਹੈ। ਇਸ ਤੋਂ ਵੱਧ ਹੋਰ ਕੀ ਸਪਸ਼ਟ ਕਹਿ ਸਕਦੇ ਹਾਂ ਕਿ ਹਉਮੈ ਵਰਗਾ ਰੋਗ ਕੋਈ ਰੋਗ ਨਹੀਂ ਹੈ, ਇਹ ਸਭ ਤੋਂ ਵੱਡਾ ਰੋਗ ਹੈ। ਸੋ ਆਪਾਂ ਅਰਦਾਸ ਕਰੀਏ ਤਦ ਹੀ ਹਉਮੈ ਦੇ ਰੋਗ ਤੋਂ ਛੁਟਕਾਰਾ ਹੋ ਸਕਦਾ ਹੈ। ਆਪਣੇ ਯਤਨ ਨਾਲ ਕੁਝ ਨਹੀਂ ਬਣਦਾ। ਮਾਸਟਰ ਹੁਣੀ ਦੱਸਦੇ ਸਨ ਕਿ ਅਸੀਂ ਟਿਊਬਵੈੱਲ ਵਾਲੇ ਕਮਰੇ ਵਿੱਚ ਬੈਠੇ ਘੰਟਾ ਭਰ ਬੇਨਤੀ ਚੌਪਈ ਦੇ ਪਾਠ ਕਰੀ ਗਏ। ਉਪਰੰਤ ਗੁਰੂ ਚਰਨਾਂ ਵਿੱਚ ਅਰਦਾਸਾ ਕੀਤਾ ਕਿ ਸਤਿਗੁਰ ਜੀ, ਅਸੀਂ ਆਪਣੀ ਤਾਕਤ ਨਾਲ ਹਉਮੈ ਤੋਂ ਨਹੀਂ ਬਚ ਸਕਦੇ, ਆਪ ਮਿਹਰ ਦੀ ਬਖਸ਼ਿਸ਼ ਕਰੋ, ਧ੍ਰਿਗਣ ਰੋਗ ਤੋਂ ਛੁਟਕਾਰਾ ਦਿਵਾ ਸਕਦੇ ਹੋ। ਗੁਰਸਿੱਖ ਨੂੰ ਸਦਾ ਹਉਮੈ ਦਾ ਦਾਵਾ ਛੱਡ ਕੇ ਸਦਾ ਗੁਰਪ੍ਰਾਇਣ ਹੋ ਕੇ ਨਿਰਧਾਵੇ ਜੀਵਨ ਬਤੀਤ ਕਰਨ ਵਿੱਚ ਹੀ ਗੁਰੂ ਪਾਤਸ਼ਾਹ ਦੀ ਸੱਚੀ ਖੁਸ਼ੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।